ਸਤਿ ਸ੍ਰੀ ਅਕਾਲ ਵਿਦਿਆਰਥੀਓ। ਅੱਜ ਅਸੀਂ ਧਨੀਰਾਮ ਚਾਤ੍ਰਿਕ ਦੀ ਕਵਿਤਾ ਸਮੇਂ ਦੀ ਬਹਾਰ ਪੜ੍ਹਨ ਜਾ ਰਹੇ ਹਾਂ। ਸਮੇਂ ਦੀ ਬਹਾਰ ਕਵਿਤਾ ਲਾਲਾ ਧਨੀਰਾਮ ਚਾਤ੍ਰਿਕ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਕਵੀ ਨੇ ਸਮੇਂ ਦੇ ਨਾਲ ਸਮਾਜ ਵਿੱਚ ਆ ਰਹੀ ਤਬਦੀਲੀ ਤੇ ਅਗਾਂਹਵਧੂ ਸੋਚ ਤੇ ਤਕਨੀਕੀ ਵਿਕਾਸ ਨਾਲ ਆਏ ਬਦਲਾਵ ਨੂੰ ਆਪਣਾ ਵਿਸ਼ਾ ਬਣਾਇਆ ਹੈ। ਤੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਪੁਰਾਣੀ ਸੋਚ ਰੱਖਣ ਵਾਲਿਆਂ ਨੂੰ ਨਵੀਂ ਸੋਚ ਵਾਲਿਆਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਤੇ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ। ਸ਼ੁਰੂ ਕਰਦੇ ਹਾਂ ਕਵਿਤਾ। ਨਵੀਓ ਨਵੀਂ ਬਹਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਨਵੇਂ ਸਮੇਂ ਦੇ ਨਵੇਂ ਨਜ਼ਾਰੇ, ਨਵੇਂ ਜਵਾਨੀ, ਨਵੇਂ ਹੁਲਾਰੇ। ਕਵੀ ਦੱਸਦਾ ਹੈ ਕਿ ਆਧੁਨਿਕ ਸਮੇਂ ਦੇ ਵਿੱਚ ਆ ਰਹੀ ਤਬਦੀਲੀ ਨਾਲ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੀ ਨਵੀਂ ਬਹਾਰ ਆ ਗਈ ਹੈ ਤੇ ਇਸ ਦੇ ਨਾਲ ਸਮਾਜ ਦੇ ਨਜ਼ਾਰੇ, ਸਮਾਜ ਦੀ ਦਿੱਖ ਵੀ ਬਦਲੀ ਹੈ। ਸਮੇਂ ਦੇ ਬਦਲਣ ਦੇ ਨਾਲ ਨਵੀਂ ਜਵਾਨੀ ਭਾਵ ਕਿ ਨਵੇਂ ਵਿਚਾਰ ਵਾਲੇ ਨੌਜਵਾਨ ਅੱਗੇ ਆ ਰਹੇ ਹਨ ਤੇ ਉਸ ਦੇ ਨਾਲ ਨਵੇਂ ਹੀ ਹੁਲਾਰੇ ਜਾਂ ਝੂਟੇ ਜਾਂ ਨਵਾਂ ਆਨੰਦ ਜਿਹੜਾ ਹੈ ਸਮਾਜ ਨੂੰ ਮਿਲ ਰਿਹਾ ਹੈ। ਨਵੇਂ ਬਾਜ਼ਾਰ, ਤਮਾਸ਼ੇ, ਮੇਲੇ, ਨਵੇਂ ਹੁਸੀਨ, ਨਵੇਂ ਅਲਬੇਲੇ। ਸਮੇਂ ਦੇ ਵਿੱਚ ਆ ਰਹੇ ਪਰਿਵਰਤਨ ਦੇ ਨਾਲ ਸਮਾਜ ਦੀ ਦਿੱਖ, ਸਮਾਜ ਦੀ ਨੁਹਾਰ ਵੀ ਬਦਲ ਰਹੀ ਹੈ। ਬਾਜ਼ਾਰ, ਤਮਾਸ਼ੇ, ਮੇਲੇ, ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਹੈ। ਹਰ ਇੱਕ ਚੀਜ਼ ਨਵੀਂ ਦਿਖਾਈ ਦੇ ਰਹੀ ਹੈ। ਨਵੇਂ ਹੀ ਹੁਸੀਨ ਹਨ ਤੇ ਨਵੇਂ ਹੀ ਅਲਬੇਲੇ, ਮਸਤ ਮਲੰਗ ਜਿਹੜੇ ਨੇ ਨੌਜਵਾਨ ਉਹ ਹਨ। ਨਵੀਂ ਨਸ਼ੇ ਦੀ ਤਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਮਾਜ ਨੂੰ ਨਵੀਨਤਾ ਦਾ ਨਸ਼ਾ ਛਾ ਗਿਆ ਹੋਵੇ। ਇਸ ਤਰ੍ਹਾਂ ਸਮਾਜ ਦੇ ਵਿੱਚ ਇੱਕ ਨਵੀਂ ਕਿਸਮ ਦੀ ਬਹਾਰ ਦਾ ਪ੍ਰਵੇਸ਼ ਹੋ ਗਿਆ ਹੈ, ਭਾਵ ਕਿ ਜਿਵੇਂ ਬਹਾਰ ਦੇ ਬਦਲਣ ਦੇ ਨਾਲ ਸਮਾਜ ਜਿਹੜਾ ਆਪਣਾ ਬਨਸਪਤੀ ਬਦਲ ਜਾਂਦੀ ਹੈ, ਇਸੇ ਤਰ੍ਹਾਂ ਹੀ ਸਮੇਂ ਦੇ ਵਿੱਚ ਆ ਰਹੇ ਪਰਿਵਰਤਨ ਦੇ ਨਾਲ ਨਵੀਂ ਜਿਹੜੀ ਹੈ ਬਹਾਰ ਦਿਖਾਈ ਦੇ ਰਹੀ ਹੈ, ਨਵੀਂ ਦਿੱਖ ਦਿਖਾਈ ਦੇ ਰਹੀ ਹੈ। ਪਿਛਲੀ ਹੋ ਗਈ ਗੱਲ ਪੁਰਾਣੀ, ਨਵਿਆਂ ਸ਼ੋਹੀ ਨਵੀਂ ਕਹਾਣੀ। ਕਵੀ ਦੱਸਦਾ ਹੈ ਕਿ ਅਗਾਂਹਵਧੂ ਸੋਚ ਦੇ ਨਾਲ ਸਮਾਜ ਦੇ ਵਿੱਚ ਆਈ ਤਬਦੀਲੀ ਦੇ ਨਾਲ ਪੁਰਾਣੀ ਸੋਚ ਬੀਤੇ ਦਿਨ ਦੀ ਕਹਾਣੀ ਬਣ ਗਈ ਹੈ, ਪੁਰਾਣੀ ਹੋ ਚੁੱਕੀ ਹੈ। ਨਵੀਂ ਸੋਚ ਵਾਲਿਆਂ ਨੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ ਹੈ, ਭਾਵ ਕਿ ਸਮਾਜ ਦੀ ਨਵੀਂ ਜਿਹੜੀ ਹੈ ਉਹ ਉਸਾਰੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਲੀਹਾਂ ਨਾਲ ਖਲੋ ਗਏ, ਨਵੇਂ ਨਿਸ਼ਾਨ ਅਗੇਰੇ ਹੋ ਗਏ। ਜਿਹੜੇ ਪਿਛਲੇ ਜਾਂ ਪੁਰਾਣੇ ਵਿਚਾਰਾਂ ਵਾਲੇ ਲੋਕ ਸੀ ਉਹ ਇੱਕ ਪਾਸੇ ਲੱਗ ਕੇ ਖੜੇ ਹੋ ਗਏ ਹਨ ਤੇ ਨਵੇਂ ਜਿਹੜੇ ਨਵੀਂ ਸੋਚ ਦੇ ਅਨੁਸਾਰ ਨਵੀਨਤਾ ਜਿਹੜੀ ਹੈ ਉਹ ਅੱਗੇ ਆ ਰਹੀ ਹੈ। ਬਦਲ ਗਿਆ ਸੰਸਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਇਸ ਤਰ੍ਹਾਂ ਵਿਚਾਰਾਂ ਦੇ ਨਾਲ ਸਮਾਜ ਦੇ ਵਿੱਚ ਆ ਰਹੀ ਤਬਦੀਲੀ ਦੇ ਨਾਲ ਜਿਵੇਂ ਸਾਰਾ ਸੰਸਾਰ ਬਦਲ ਗਿਆ ਹੈ ਤੇ ਸਮੇਂ ਦੀ ਬਹਾਰ ਵੀ ਨਵੀਂ ਜਾਪਦੀ ਹੈ। ਕੁਦਰਤ ਅਦਲ ਬਦਲ ਤੇ ਹੱਸੀ, ਨਵੀਂ ਸੜਕ ਨਵਿਆਂ ਨੂੰ ਦੱਸੀ। ਕਵੀ ਦੱਸਦਾ ਹੈ ਕਿ ਕੁਦਰਤ ਵੀ ਇਸ ਬਦਲਾਵ ਦੇ ਉੱਪਰ, ਇਸ ਨਵੀਨਤਾ ਦੇ ਉੱਪਰ ਖੁਸ਼ ਹੁੰਦੀ ਪ੍ਰਤੀਤ ਹੁੰਦੀ ਹੈ। ਉਸਨੇ ਹੀ ਜਿਹੜਾ ਹੈ ਨਵੇਂ ਵਿਚਾਰਾਂ ਵਾਲੇ ਲੋਕਾਂ ਨੂੰ ਨਵੇਂ ਰਸਤਿਆਂ ਤੇ ਪਾਇਆ ਹੈ। ਸਹਿਮ ਗੁਲਾਮੀ ਅੰਦਰ ਵੜ ਗਈ, ਆਜ਼ਾਦੀ ਕੋਠੇ ਤੇ ਚੜ ਗਈ। ਤੇ ਗੁਲਾਮੀ ਦੀ ਵਿਚਾਰਧਾਰਾ, ਕਿਸੇ ਨੂੰ ਗੁਲਾਮ ਬਣਾ ਕੇ ਰੱਖਣ ਵਾਲੀ ਵਿਚਾਰਧਾਰਾ ਜਿਹੜੀ ਹੈ ਉਹ ਸਹਿਮ ਕੇ ਹੁਣ ਅੰਦਰ ਵੜ ਗਈ ਹੈ, ਭਾਵ ਕਿ ਕਿਤੇ ਨਜ਼ਰੀ ਨਹੀਂ ਆਉਂਦੀ। ਆਜ਼ਾਦੀ ਕੋਠੇ ਤੇ ਚੜ ਗਈ ਤੇ ਆਜ਼ਾਦੀ ਭਾਵ ਸੁਤੰਤਰਤਾ, ਭਾਵੇਂ ਉਹ ਵਿਚਾਰਾਂ ਦੀ ਸੁਤੰਤਰਤਾ ਹੋਵੇ, ਭਾਵੇਂ ਉਹ ਕੰਮਕਾਰ ਦੀ ਸੁਤੰਤਰਤਾ ਹੋਵੇ, ਉਸ ਦਾ ਹੁਣ ਬੋਲਬਾਲਾ ਹੈ। ਲਿਆ ਮੋਰਚਾ ਮਾਰ, ਸਮੇਂ ਦੀ ਨਵੀਓ ਨਵੀਂ ਬਹਾਰ। ਤੇ ਇੰਝ ਲੱਗਦਾ ਹੈ ਜਿਵੇਂ ਆਜ਼ਾਦੀ ਨੇ, ਸੁਤੰਤਰ ਵਿਚਾਰਾਂ ਨੇ ਮੋਰਚਾ ਫਤਿਹ ਕਰ ਲਿਆ ਹੋਵੇ, ਜਿੱਤ ਹਾਸਲ ਕਰ ਲਈ ਹੋਵੇ। ਇਸ ਤਰ੍ਹਾਂ ਸਮਾਜ ਦੇ ਵਿੱਚ
ਨਵੀਂ ਵਿਚਾਰਧਾਰਾ ਦੇ ਨਾਲ ਅਗਾਂਹ ਵਧੂ ਵਿਚਾਰ ਜੋੜ ਪਕੜ ਰਹੇ ਹਨ ਤੇ ਪਰੰਪਰਾਵਾਦੀ ਵਿਚਾਰਧਾਰਾ ਜਿਹੜੀ ਹੈ ਉਹ ਇੱਕ ਪਾਸੇ ਲੱਗ ਕੇ ਖੁੱਡੇ ਲੱਗ ਕੇ ਰਹਿ ਗਈ ਹੈ। ਰਹੇ ਪੁਰਾਣੇ ਰੌਲਾ ਪਾਉਂਦੇ, ਨਵੇਂ ਵੱਧ ਗਏ ਹੱਸਦੇ ਗਾਉਂਦੇ। ਪੁਰਾਣੀ ਵਿਚਾਰਧਾਰਾ ਰੱਖਣ ਵਾਲੇ ਲੋਕ ਰੌਲਾ ਪਾਉਂਦੇ ਪਿੱਛੇ ਰਹਿ ਗਏ। ਰੌਲਾ ਪਾਉਂਦੇ ਭਾਵ ਕਿ ਨਵੀਨਤਾ ਦੇ ਉੱਪਰ ਕਿੰਤੂ ਪ੍ਰੰਤੂ ਕਰਦੇ ਰਹਿ ਗਏ, ਪਰ ਨਵੀਂ ਵਿਚਾਰਧਾਰਾ ਵਾਲੇ ਬੜੇ ਸਹਿਜ ਨਾਲ ਹੱਸਦੇ ਗਾਉਂਦੇ ਹੋਏ ਅੱਗੇ ਅੱਗੇ ਵੱਧਦੇ ਗਏ। ਨੱਠ ਖਲੋਤੀ ਫਿਰਕੇਦਾਰੀ, ਮਚਲਾ ਹੋ ਗਿਆ ਚਤੁਰਮਦਾਰੀ। ਤੇ ਇਸ ਸਮੇਂ ਦੇ ਵਿੱਚ ਫਿਰਕਾ ਪ੍ਰਸਤੀ ਭਾਵ ਕਿ ਕਿਸੇ ਧਾਰਮਿਕ ਵਿਚਾਰਧਾਰਾ ਧਾਰਮਿਕ ਵਖਰੇਵਾਂ ਜਿਹੜਾ ਹੈ ਉਸਨੂੰ ਫਿਰਕੇਦਾਰੀ ਕਿਹਾ ਜਾਂਦਾ ਹੈ। ਤੇ ਅਜਿਹੇ ਸਮੇਂ ਦੇ ਵਿੱਚ ਫਿਰਕੇਦਾਰੀ ਜਾਂ ਧਾਰਮਿਕ ਤੰਗਦਿਲੀ ਜਿਹੜੀ ਹੈ ਉਹ ਕਿਤੇ ਗਾਇਬ ਹੋ ਗਈ ਹੈ ਤੇ ਧਰਮ ਦੇ ਨਾਂ ਤੇ ਲੜਾਉਣ ਵਾਲਾ ਚਤੁਰ ਮਦਾਰੀ ਭਾਵ ਕਿ ਰਾਜਨੀਤੀਕਾਰ ਉਹ ਹੁਣ ਮਚਲਾ ਹੋ ਗਿਆ ਹੈ। ਭਾਵ ਕਿ ਲੋਕਾਂ ਦੇ ਨਾਲ ਖੜਾ ਹੋ ਗਿਆ ਹੈ। ਲੱਗਾ ਦੇਣ ਪਿਆਰ, ਤੇ ਹੁਣ ਉਹ ਪਿਆਰ ਦਾ ਸੁਨੇਹਾ ਦੇ ਰਿਹਾ ਹੈ ਲੋਕਾਂ ਨੂੰ, ਧਰਮ ਦੇ ਨਾਮ ਤੇ ਲੜਾਉਣ ਵਾਲਾ। ਸਮੇਂ ਦੀ ਨਵੀਂ ਬਹਾਰ। ਇਸ ਤਰ੍ਹਾਂ ਨਵੇਂ ਸਮੇਂ ਦੇ ਨਾਲ ਸਮਾਜ ਦੀ ਨੁਹਾਰ ਬਦਲ ਗਈ ਹੈ, ਨਵੀਂ ਬਹਾਰ ਦਾ ਪ੍ਰਵੇਸ਼ ਹੋ ਗਿਆ ਹੈ। ਬਾਬਾ ਰਾਹੋਂ ਲਾਂਭੇ ਹੋ ਜਾ, ਜਾਂ ਨਵਿਆਂ ਦੇ ਨਾਲ ਖਲੋ ਜਾ। ਕਵੀ ਪੁਰਾਣੇ ਵਿਚਾਰਾਂ ਵਾਲਿਆਂ ਨੂੰ ਬਾਬਾ ਕਹਿ ਕੇ ਸੰਬੋਧਨ ਕਰਦਿਆਂ ਕਹਿੰਦਾ ਹੈ ਕਿ ਜਾਂ ਤਾਂ ਤੂੰ ਰਸਤੇ ਦੇ ਵਿੱਚੋਂ ਪਾਸੇ ਹੋ ਜਾ ਤੇ ਜਾਂ ਫਿਰ ਨਵੀਂ ਵਿਚਾਰਧਾਰਾ ਰੱਖਣ ਵਾਲਿਆਂ ਦੇ ਨਾਲ ਖਲੋ ਜਾ, ਭਾਵ ਕਿ ਆਪਣੀ ਵਿਚਾਰਧਾਰਾ ਨੂੰ ਬਦਲ ਲੈ। ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਇਹ ਹੁਣ ਹੰਬਲੇ ਮਾਰਨ ਪਈਆਂ। ਕਹਿੰਦੇ ਕਿ ਪਿਛਲੀਆਂ ਲਹਿਰਾਂ ਭਾਵ ਪਰੰਪਰਾਵਾਦੀ ਸੋਚ ਰੱਖਣ ਵਾਲੀਆਂ ਲਹਿਰਾਂ, ਪੁਰਾਣੇ ਵਿਚਾਰ ਰੱਖਣ ਵਾਲੀਆਂ ਲਹਿਰਾਂ ਕਿੱਥੇ ਗਈਆਂ, ਹੁਣ ਭਾਵ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਹੁਣ ਤਾਂ ਨਵੀਂ ਵਿਚਾਰਧਾਰਾ ਅੱਗੇ ਵਧਣ ਲਈ ਹੰਬਲਾ ਮਾਰ ਰਹੀ ਹੈ, ਹਿੰਮਤ ਕਰ ਰਹੀ ਹੈ। ਅਗਲੀਆਂ ਹੋਰ ਤਿਆਰ, ਸਮੇਂ ਦੀ ਨਵੀਂ ਬਹਾਰ। ਤੇ ਉਸ ਤੋਂ ਹੋਰ ਨਵੀਆਂ ਵਿਚਾਰਧਾਰਾਵਾਂ ਅੱਗੇ ਆਉਣ ਵਾਸਤੇ ਤਿਆਰ ਬੈਠੀਆਂ ਹਨ। ਪਿਛਲੀ ਪੁਰਾਣੀ ਵਿਚਾਰਧਾਰਾ ਖਤਮ ਹੋ ਗਈ ਹੈ, ਨਵੀਂ ਵਿਚਾਰਧਾਰਾ ਅੱਗੇ ਵਧਣ ਦਾ ਉਦਮ ਕਰ ਰਹੀ ਹੈ ਤੇ ਉਸ ਤੋਂ ਵੀ ਨਵੀਂ ਵਿਚਾਰਧਾਰਾ ਅੱਗੇ ਆਉਣ ਵਾਸਤੇ ਤਿਆਰ ਹੋਈ ਜਾਪਦੀ ਹੈ। ਇਸ ਤਰ੍ਹਾਂ ਸਮੇਂ ਦੀ ਬਹਾਰ ਜਿਹੜੀ ਹੈ ਨਵੀਂ ਦਿਖਾਈ ਦੇ ਰਹੀ ਹੈ, ਸਮੇਂ ਦੇ ਵਿੱਚ ਤਬਦੀਲੀ ਤੇ ਖੁਸ਼ਹਾਲੀ ਆ ਰਹੀ ਹੈ। ਤੱਤੇ ਠੰਡੇ ਵਕਤ ਸਮੋਏ, ਵਕਤ ਨਜਿੱਠਣ ਇਕੱਠੇ ਹੋਏ। ਕਵੀ ਕਹਿੰਦਾ ਹੈ ਕਿ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਤੱਤੇ ਤੇ ਠੰਡੇ ਦੋਨੋਂ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਗਈਆਂ ਹਨ ਤੇ ਸਮੇਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਨਜਿੱਠਣ ਵਾਸਤੇ, ਉਹਨਾਂ ਦਾ ਫੈਸਲਾ ਕਰਨ ਵਾਸਤੇ ਸਾਰੀਆਂ ਵਿਚਾਰਧਾਰਾਵਾਂ ਵਾਲੇ ਲੋਕ ਇਕੱਠੇ ਹੋ ਗਏ ਹਨ। ਜੁਗ ਜੁਗ ਚੱਕਰ ਕਾਲ ਦਾ ਚੱਲੇ, ਔਖੇ ਹੁੰਦੇ ਜਾਣ ਸੁਖੱਲੇ। ਤੇ ਕਵੀ ਦੱਸਦਾ ਹੈ ਕਿ ਜੁਗਾਂ ਤੋਂ ਕਾਲ ਭਾਵ ਸਮੇਂ ਦਾ ਚੱਕਰ ਚੱਲਦਾ ਆ ਰਿਹਾ ਹੈ ਤੇ ਸਮਾਂ ਬੀਤਣ ਦੇ ਨਾਲ ਔਖੇ ਸੌਖੇ ਹੁੰਦੇ ਜਾਂਦੇ ਹਨ, ਸੁਖਾਲੇ ਹੁੰਦੇ ਜਾਂਦੇ ਹਨ, ਭਾਵ ਕਿ ਔਖੇ ਕੰਮ ਜਿਹੜੇ ਨੇ ਉਹ ਸੌਖੇ ਹੁੰਦੇ ਜਾਂਦੇ ਹਨ। ਜੋ ਲੋਕ ਔਖਾ ਸਮਾਂ ਬਿਤਾ ਰਹੇ ਹਨ, ਹੌਲੀ ਹੌਲੀ ਉਹਨਾਂ ਦਾ ਸਮਾਂ ਬਦਲ ਜਾਂਦਾ ਹੈ। ਤੁਰੀ ਰਹੇ ਰਫਤਾਰ, ਸਮੇਂ ਦੀ ਨਵੀਂ ਬਹਾਰ। ਇਸ ਤਰ੍ਹਾਂ ਸਮਾਂ ਆਪਣੀ ਰਫਤਾਰ ਦੇ ਨਾਲ ਚੱਲਦਾ ਰਹਿੰਦਾ ਹੈ। ਸਮੇਂ ਦੀ ਬਹਾਰ ਜਿਹੜੀ ਹੈ ਉਹ ਨਵੀਂ ਹੈ। ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਪਰਿਵਰਤਨ ਆ ਗਿਆ ਹੈ ਵਕਤ ਬੀਤਣ ਦੇ ਨਾਲ। ਸੋ ਸਾਰਾਂਸ਼ ਕੀ ਹੈ ਇਸ ਕਵਿਤਾ ਦਾ ਕਿ ਸਮਾਜ ਦੇ ਵਿੱਚ ਇੱਕ ਤਰ੍ਹਾਂ ਨਾਲ ਨਵੀਂ ਬਹਾਰ ਆ ਗਈ ਹੈ। ਸਮਾਜ ਅੰਦਰ ਨਵੀਂ ਜਵਾਨੀ, ਨਵੇਂ ਵਿਚਾਰਾਂ ਦੇ ਪ੍ਰਵੇਸ਼ ਹੋਣ ਦੇ ਨਾਲ ਨਵੀਂ ਕਿਸਮ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਸਾਰੇ ਬਾਜ਼ਾਰ, ਵਾਤਾਵਰਨ ਸਭ ਕੁਝ ਬਦਲ ਗਿਆ ਹੈ। ਸਾਡੇ ਆਲੇ ਦੁਆਲੇ ਨਵੇਂ ਚਿਹਰੇ ਆ ਗਏ ਹਨ, ਨਵੇਂ ਖਿਆਲਾਂ ਵਾਲੇ ਲੋਕ ਵਿਚਰ ਰਹੇ ਹਨ। ਨੌਜਵਾਨ ਪੀੜ੍ਹੀ ਆਪਣੇ ਵਿਚਾਰਾਂ ਦੇ ਨਾਲ ਨਵਾਂ ਸਮਾਜ ਨਿਰਮਿਤ ਕਰ ਰਹੀ ਹੈ, ਨਵੇਂ ਸਮਾਜ ਦਾ ਨਿਰਮਾਣ ਕਰ ਰਹੀ ਹੈ
ਪੁਰਾਣੀ ਵਿਚਾਰਧਾਰਾ ਜਿਹੜੀ ਹੈ ਹੁਣ ਉਹ ਕਿਤੇ ਵੀ ਦਿਖਾਈ ਨਹੀਂ ਦਿੰਦੀ ਤੇ ਕੁਦਰਤ ਵੀ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਕਰ ਰਹੀ ਹੈ। ਗੁਲਾਮੀ ਤੇ ਫਿਰਕੇਵਾਦੀ ਦੀ ਵਿਚਾਰਧਾਰਾ ਜਿਹੜੀ ਹੈ ਹੁਣ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ ਤੇ ਜਿਹੜੇ ਲੋਕ ਨਵੀਨਤਾ ਦੇ ਉੱਪਰ ਕਿੰਤੂ ਪ੍ਰੰਤੂ ਕਰਦੇ ਸਨ ਉਹ ਰੌਲਾ ਪਾਉਂਦੇ ਹੀ ਰਹਿ ਗਏ, ਪਰ ਨਵੀਨ ਵਿਚਾਰਧਾਰਾ ਰੱਖਣ ਵਾਲੇ ਲੋਕ ਅੱਗੇ ਵੱਧਦੇ ਗਏ। ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਲੀਡਰ ਜਿਹੜਾ ਹੈ ਹੁਣ ਮਚਲਾ ਬਣ ਗਿਆ ਹੈ, ਮਿਸਨਾ ਬਣ ਗਿਆ ਹੈ ਤੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗ ਪਿਆ ਹੈ। ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਪਰੰਪਰਾਵਾਦੀ ਵਿਚਾਰਧਾਰਾਵਾਂ ਦੇ ਮੁਕਾਬਲੇ ਨਵੀਆਂ ਲਹਿਰਾਂ ਹਿੰਮਤ ਕਰਕੇ ਅੱਗੇ ਵੱਧ ਰਹੀਆਂ ਹਨ ਤੇ ਉਹਨਾਂ ਤੋਂ ਵੀ ਨਵੀਆਂ ਲਹਿਰਾਂ ਹੋਰ ਤਿਆਰ ਹੋ ਰਹੀਆਂ ਹਨ। ਇਸ ਸਮੇਂ ਗਰਮ ਤੇ ਠੰਡੇ ਸੁਭਾਵਾਂ ਵਾਲੇ ਲੋਕ ਇਕੱਠੇ ਹੋ ਗਏ ਹਨ ਸਮੇਂ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ, ਉਹਨਾਂ ਸੰਬੰਧੀ ਕੋਈ ਨਿਰਣਾ ਜਾਂ ਫੈਸਲਾ ਲੈਣ ਲਈ। ਤੇ ਅਜਿਹਾ ਚੱਕਰ ਜਿਹੜਾ ਹੈ ਉਹ ਯੁੱਗਾਂ ਤੋਂ ਚੱਲਦਾ ਆ ਰਿਹਾ ਹੈ। ਸਮੇਂ ਦਾ ਚੱਕਰ ਜਿਹੜਾ ਹੈ ਯੁੱਗਾਂ ਤੋਂ ਚੱਲਦਾ ਆ ਰਿਹਾ ਹੈ। ਜਿਹੜੇ ਪਹਿਲਾਂ ਔਖੇ ਸਨ, ਮੁਸ਼ਕਲਾਂ ਵਿੱਚ ਸਨ, ਉਹ ਹੌਲੀ ਹੌਲੀ ਸੌਖੇ ਹੁੰਦੇ ਜਾਂਦੇ ਹਨ ਤੇ ਮੁਸ਼ਕਲਾਂ ਤੋਂ ਸਭ ਨੂੰ ਛੁਟਕਾਰਾ ਮਿਲ ਜਾਂਦਾ ਹੈ। ਇਸ ਤਰ੍ਹਾਂ ਸਮੇਂ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੀ ਨਵੀਂ ਬਹਾਰ ਆ ਗਈ ਹੈ।